ਪੂਰੀ ਦੁਨੀਆ ਨੂੰ ਆਪਣੀ ਲਪੇਟੇ 'ਚ ਲੈ ਚੁੱਕਾ ਕਰੋਨਾ ਵਾਇਰਸ ਹਾਲੇ ਤੱਕ ਲਾ ਇਲਾਜ ਹੈ। ਕੋਈ ਅਜਿਹੀ ਦਵਾਈ ਹਾਲੇ ਮਾਰਕੀਟ 'ਚ ਨਹੀਂ ਹੈ ਜੋ ਇਸ ਵਾਇਰਸ ਨੂੰ ਪਸਤ ਕਰ ਸਕਦੀ ਹੋਵੇ। ਸੋ ਫਿਲਹਾਲ ਸਾਵਧਾਨੀ ਹੀ ਇਸ ਤੋਂ ਬਚਾ ਹੈ। ਤਾਂ ਇਸ ਦਰਮਿਆਨ ਡਾਕਟਰ ਮਨਦੀਪ ਸਿੰਘ ਨੇ ਕਰੋਨਾ ਵਾਇਰਸ ਤੋਂ ਖੁਦ ਨੂੰ ਬਚਾਉਣ ਅਤੇ ਇਸ ਤੋਂ ਬਚਣ ਦੇ ਕੁਝ ਨੁਸਖੇ ਦੱਸੇ ਹਨ ਤੇ ਇਸ ਵਾਇਰਸ ਦੇ ਫੈਲਾਅ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਉਸ ਮੁਤਲਕ ਬਹੁਮੁੱਲੇ ਸੁਝਾਅ ਡਾਕਟਰ ਮਨਦੀਪ ਸਿੰਘ ਵੱਲੋਂ ਦਿੱਤੇ ਗਏ ਹਨ, ਜਿਸ ਨਾਲ ਇਸ ਵਾਇਰਸ ਨੂੰ ਕੁਝ ਹੱਦ ਤੱਕ ਕਾਬੂ ਕੀਤਾ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨੋਰਮਲ ਅਸੀਂ ਲੋਕਾਂ ਨੂੰ ਜਾਂ ਸੰਗਤ ਨੂੰ ਕੀ ਕਰਨਾ ਚਾਹੀਦਾ ਹੈ ਕਿ ਜਿਹੜਾ ਕਰੋਨਾ ਜਿਹੜਾ ਵਾਇਰਸ ਹੈਗਾ ਜਾਂ ਕੋਵਿਡ ਬਿਮਾਰੀ ਹੈਗੀ ਹੈ, ਅਸੀਂ ਉਸ ਤੋਂ ਕਿਵੇਂ ਬਚ ਪਾਈਏ ਜਾਂ ਉਸ ਤੋਂ ਉਹਨੂੰ ਕਿਸ ਤਰ੍ਹਾਂ ਉਹਦੇ ਨਾਲ ਲੜ ਪਾਈਏ। ਗੱਲ ਇਹ ਹੈਗੀ ਹੈ ਕਿ ਜਿਹੜਾ ਕਰੋਨਾ ਵਾਇਰਸ ਹੈ ਜਾਂ ਕੋਵਿਡ ਜਿਹੜੀ ਬਿਮਾਰੀ ਹੈਗੀ ਹੈ, ਉਹਦੀ ਦੋ ਇੰਪੋਰਟੈਂਟ ਫੈਕਟਰਸ ਹੈਗੇ ਜਿਹੜੇ ਕੰਮ ਕਰਦੇ ਉਹਦੇ 'ਚ। ਇਹ ਕਈਆਂ ਨੂੰ ਉਹ ਮਾਈਲਡ ਡਿਜ਼ੀਜ਼ ਹੁੰਦੀ ਹੈ, ਮੈਜੋਰਿਟੀ ਬਹੁਤ ਜ਼ਿਆਦਾ ਲੋਕਾਂ ਨੂੰ ਕੋਈ ਬਥੇਰੇ ਤਾਂ ਪਤਾ ਹੀ ਨਹੀਂ ਲੱਗਦਾ, ਕਈਆਂ ਨੂੰ ਹੁੰਦਾ ਤਾਂ ਥੋੜ੍ਹਾ ਬਹੁਤਾ ਰਹਿੰਦਾ ਹੈ। ਬਟ ਕਈ ਇਹੋ ਜਿਹੇ ਵੀ ਹੁੰਦੇ ਜਿਨ੍ਹਾਂ ਨੂੰ ਬਹੁਤ ਸੀਵੀਅਰ ਡਿਜ਼ੀਜ਼ ਹੁੰਦੀ ਹੈ ਅਤੇ ਕਈਆਂ ਨੂੰ ਤਾਂ ਕਈ ਅਨਫੋਰਚੂਨੇਟ ਲੋਕ ਹੈਗੇ ਜਿਨ੍ਹਾਂ ਦੀ ਡੈਥ ਵੀ ਹੋਈ ਹੈ। ਅਤੇ ਇਸ ਲਈ ਕਿਹੜਾ ਬੰਦਾ ਕਰੋਨਾ ਜਦੋਂ ਹੁੰਦਾ ਹੈ ਜਾਂ ਹੋਏਗਾ ਤਾਂ ਕਿਹੜਾ ਬੰਦਾ ਮਾਈਲਡ ਰਹੇਗਾ ਜਾਂ ਮਾਈਲਡ ਡਿਜ਼ੀਜ਼ ਰਹੇਗੀ, ਕਿਸ ਨੂੰ ਖਰਾਬ ਬਿਮਾਰੀ ਹੋਏਗੀ, ਇਹ ਕੀ ਕਾਰਨ ਹੈਗੇ ਨੇ। ਇਹਦੇ ਦੋ ਵੱਡੇ ਕਾਰਨ ਹੈ। ਪਹਿਲੀ ਗੱਲ ਹੈਗੀ ਹੈ ਕਿ ਜਦੋਂ ਵਾਇਰਸ ਜਦੋਂ ਸਾਨੂੰ ਕਰੋਨਾ ਵਾਇਰਸ ਸਾਡਾ ਐਕਸਪੋਜ਼ਰ ਹੁੰਦਾ ਹੈ ਵਾਇਰਸ ਦਾ, ਅਸੀਂ ਹੋਸਟ ਹੈ, ਹਿਊਮਨ ਹੋਸਟ ਹੈਗਾ, ਪੇਸ਼ੈਂਟ ਹੈ, ਅਤੇ ਵਾਇਰਸ ਸਾਡੇ ਅੰਦਰ ਆਏਗਾ। ਅਤੇ ਜਦੋਂ ਸਾਡਾ ਐਕਸਪੋਜ਼ਰ ਹੋਏਗਾ ਵਾਇਰਸ ਵੱਲ ਅਤੇ ਕਿੰਨਾ ਵਾਇਰਸ ਲੋਡ ਸਾਡਾ ਬਾਡੀ ਐਕਸਪੋਜ਼ ਹੁੰਦੀ ਹੈ, ਉਹ ਡਿਪੈਂਡ ਕਰਦਾ ਹੈ ਕਿ ਜੇ ਬਹੁਤ ਜ਼ਿਆਦਾ ਵਾਇਰਸ ਐਕਸਪੋਜ਼ ਹੋ ਗਿਆ ਇੱਕਦਮ ਹੀ, ਅਤੇ ਓਬਵੀਅਸਲੀ ਸਾਡਾ ਇਮਿਊਨ ਸਿਸਟਮ ਜਾਂ ਸਾਡਾ ਸਰੀਰ ਉਹਦੇ ਨਾਲ ਲੜ ਨਹੀਂ ਪਾਏਗਾ ਅਤੇ ਸਾਨੂੰ ਸੀਵੀਅਰ ਡਿਜ਼ੀਜ਼ ਹੋਏਗੀ। ਇਸ ਲਈ ਇਹ ਜਿਹੜੇ ਸੋਸ਼ਲ ਡਿਸਟੈਂਸਿੰਗ, ਮਾਸਕ, ਪਰਸਨਲ ਹਾਈਜੀਨ, ਗਲਵਸ, ਰਿਸਟ੍ਰਿਕਟਿਡ ਮੂਵਮੈਂਟ, ਲੋਕਡਾਊਨ, ਤੁਸੀਂ ਐਸੈਂਸ਼ੀਅਲ ਕੰਮ ਵਾਸਤੇ ਬਾਹਰ ਜਾਓ, ਬਾਕੀ ਚੀਜ਼ਾਂ ਵਾਸਤੇ ਨਾ ਜਾਓ ਅਤੇ ਆਪਣੇ ਆਪ ਨੂੰ ਬਚਾ ਕੇ ਰੱਖੋ। ਇਹ ਬੇਸਿਕਲੀ ਸਾਨੂੰ ਬਚਾ ਰਿਹਾ ਹੈ ਵਾਇਰਸ ਤੋਂ ਐਕਸਪੋਜ਼ ਹੋਣ ਨੂੰ। ਜੇ ਅਸੀਂ ਬਾਈ ਚਾਂਸ ਐਕਸਪੋਜ਼ ਵੀ ਹੁੰਦੇ, ਸਪੋਜ਼ਿਡਲੀ ਅਸੀਂ ਕਿਸੇ ਐਸੈਂਸ਼ੀਅਲ ਕੰਮ ਵਾਸਤੇ ਬਾਹਰ ਜਾਂਦੇ ਹਾਂ, ਅਸੀਂ ਮਾਸਕ ਪਾਇਆ ਹੈ, ਅਤੇ ਜੇ ਏਅਰ ਜਿਵੇਂ ਹੁਣ WHO ਕਹਿੰਦੀ ਕਿ ਏਅਰਬੋਰਨ ਬਹੁਤ ਜ਼ਿਆਦਾ ਹਵਾ 'ਚ ਜ਼ਿਆਦਾ ਦੇਰ ਟਾਈਮ ਰਹਿੰਦਾ ਹੈ, ਅਤੇ ਬਾਈ ਚਾਂਸ ਉੱਥੇ ਏਅਰਬੋਰਨ ਵਾਇਰਸ ਸੀਗਾ ਅਤੇ ਅਸੀਂ ਮਾਸਕ ਪਾਇਆ ਹੋਇਆ, ਸਾਡੇ ਅੰਦਰ ਵਾਇਰਸ ਘੱਟ ਜਾਏਗਾ। ਹਰੇਕ ਮਾਸਕ ਦੀ ਆਪਣੀ ਆਪਣੀ ਐਫੀਕੇਸੀਜ਼ ਹੈ, ਬਟ ਈਵਨ ਕੁਝ ਕੱਪੜਾ ਵੀ ਕੰਮ ਕਰਦਾ ਹੈ। ਸਿਮਿਲਰਲੀ ਜੇ ਅਸੀਂ ਕਿਤੇ ਹੱਥ ਲਾਇਆ, ਉੱਥੋਂ ਵਾਇਰਸ ਮਿਲ ਗਿਆ ਅਤੇ ਅਸੀਂ ਹੱਥ ਸਾਫ਼ ਕਰ ਲਏ, ਅਤੇ ਉਹਦੇ ਨਾਲ ਜੇ ਬਾਈ ਚਾਂਸ ਵਾਇਰਸ ਸਾਡੇ ਅੰਦਰ ਜਾਣਾ ਹੈ ਅਤੇ ਉਹ ਤਾਂ ਚਾਂਸ ਘੱਟ ਜਾਏਗਾ। ਦੂਜਾ ਜਿਹੜਾ ਰੀਜ਼ਨ ਹੈ ਉਹ ਹੈਗਾ ਕਿ ਹੋਸਟ, ਸਾਡੀ ਬਾਡੀ ਆਪਣੀ, ਉਹ ਕਿਸ ਤਰ੍ਹਾਂ ਦੀ ਹੈ, ਉਹਦਾ ਸਟੇਟਸ ਕੀ ਹੈਗਾ। ਉਹ ਜੇ ਵਾਇਰਸ ਸਾਡੇ ਅੰਦਰ ਜਾਂਦਾ ਹੈ ਜਾਂ ਵਾਇਰਸ ਸਾਡੀ ਬਾਡੀ ਨੂੰ ਇਨਫੈਕਟ ਕਰਦਾ ਹੈ, ਅਤੇ ਕੀ ਅਸੀਂ ਉਸ ਨੂੰ ਖਤਮ ਕਰ ਸਕਦੇ ਹਾਂ, ਕਿ ਅਸੀਂ ਉਹਨੂੰ ਉਸ ਤੋਂ ਨਿਜਾਤ ਪਾ ਸਕਦੇ ਹਾਂ। ਅਤੇ ਉਹਦੇ ਬਹੁਤ ਸਾਰੇ ਉਹੀ ਫੈਕਟਰਸ ਹੈ ਕਿ ਏਜ ਗਰੁੱਪ, ਏਜ ਐਲਡਰਲੀ, ਜਿੰਨਾ ਏਜ ਜ਼ਿਆਦਾ ਹੈਗੀ ਹੈ, ਉਹ ਓਬਵੀਅਸਲੀ ਜਿਵੇਂ ਏਜ ਵੱਧਦੀ ਹੈ ਅਤੇ ਏਜ ਕਰਕੇ ਜੋ ਪ੍ਰੋਬਲਮ ਹੁੰਦੀਆਂ, ਸਰੀਰ ਕਮਜ਼ੋਰ ਪੈਂਦਾ ਹੈ, ਇਮਿਊਨ ਸਿਸਟਮ ਘੱਟਦਾ ਹੈ, ਅਤੇ ਉਹਨਾਂ ਦਾ ਰਿਸਕ ਜ਼ਿਆਦਾ ਹੁੰਦਾ ਹੈ। ਸੈਕਿੰਡਲੀ, ਮੈਨ ਐਜ਼ ਕੰਪੇਅਰਡ ਟੂ ਵੂਮੈਨ ਆਰ ਮੋਰ ਵਲਨਰੇਬਲ। ਲੇਡੀਜ਼ ਐਜ਼ ਸੱਚ ਹੀ ਜਿਹੜੀ ਫੀਮੇਲ ਹੈਗੀ ਹੈ ਉਹ ਜ਼ਿਆਦਾ ਸਟਰੋਂਗ, ਇਨਹੈਰੈਂਟਲੀ ਸਟਰੋਂਗ ਹੁੰਦੀ ਹੈ, ਅਤੇ ਵਾਇਰਸ ਓਬਵੀਅਸਲੀ ਇਜ਼ ਅ ਫੋਰਨ ਬੋਡੀ, ਸੋ the category of patients going severe are more in males as compared to females. Thirdly, people having comorbidities किसको डायबिटिक हैगा, स्पैसीफिकली जे डायबिटीज़ अनकंट्रोल है, कोई अनीमिक है, उन्होंने हीमोग्लोबिन ऑलरेडी घट है, तो फिर उन्होंने SpO2 छेती थले जाएगा। कोई हार्ट डिजीज़ है, हार्ट वीक है, किडनी वीक है, कोई स्ट्रोक का पेशेंट है, या किसी पेशेंट को ਜਿਹੜੀ हैबिट्स हैं, कोई स्मोकर है, कोई एल्कोहलिक है, ज़्यादा एल्कोहल स्मोकिंग नाल भी ऑब्वियसली बॉडी सिस्टम्स ही खराब पे हैं। कैंसर है, कैंसर पेशेंट इनहेरेंटली, कैंसर क्यों है, अपना शरीर का कोई अंग है जो खराब होया, तो अपना इम्यून सिस्टम ऑलरेडी वीक है, तां ही कैंसर बने। तो ये सारे कुछ फैक्टर्स हैं, या किसी को इनहेरेंटली कोई इम्यून डिजीज़ हैगी है, तो ये सारे पेशेंट्स ਜਿਹੜੇ ਬੰਦੇ ਹੈਗੇ ਇਹਨਾਂ ਨੂੰ ਜ਼ਿਆਦਾ ਰਿਸਕ ਹੈ ਕਿ ਜੇ ਉਹਨਾਂ ਨੂੰ ਕੋਵਿਡ ਵਰਗੀ ਬਿਮਾਰੀ ਹੁੰਦੀ ਹੈ ਤਾਂ ਉਹ ਸੀਵੀਅਰ ਫਾਰਮ ਆਫ ਡਿਜ਼ੀਜ਼ ਵਿੱਚ ਆਉਣਗੇ। ਅਤੇ ਪਹਿਲੀ ਗੱਲ, ਸੋ ਤੁਹਾਡੇ ਵੱਲੋਂ ਇਹੀ ਮੇਰਾ ਮੈਸੇਜ ਰਹੇਗਾ ਕਿ ਤੁਸੀਂ ਸਭ ਤੋਂ ਪਹਿਲੇ ਤਾਂ ਜੇ ਕਿਸੇ ਨੂੰ ਕੋਈ ਡਾਇਬੀਟਿਕ ਹੈ ਉਹ ਆਪਣੀ ਸ਼ੂਗਰ ਨੂੰ ਆਪਟੀਮਾਈਜ਼ ਕਰੇ, ਕੋਈ ਅਨੀਮਿਕ ਹੈ ਉਹਨੂੰ ਆਪਣੀ ਹੀਮੋਗਲੋਬਿਨ ਨੂੰ ਆਪਟੀਮਾਈਜ਼ ਕਰੇ, ਕੋਈ ਹਾਰਟ ਡਿਜ਼ੀਜ਼ ਦਾ ਪੇਸ਼ੈਂਟ ਹੈ
तो वो अपने आप ਨੂੰ ठीक रखे, ईको वगैरह करा ले, सब चेकअप करा ले, कोई हैबिट्स हैगी किसी ਨੂੰ स्मोकिंग ये वो, तो वो सब बंद कर दे या मिनिमाइज़ कर दे। कुछ इंपॉर्टेंट ਜਿਹੜੀ ਗੱਲਾਂ ਤੁਸੀਂ ਦੇਖੀਆਂ ਹੋਣੀਆਂ ਜਦੋਂ ਵੀ ਅਸੀਂ ਕੋਵਿਡ ਦੀ ਪ੍ਰਿਸਕ੍ਰਿਪਸ਼ਨਸ ਦੇਖਦੇ ਹਾਂ, ਮਤਲਬ ਜਦੋਂ ਕਿਸੇ ਨੂੰ ਕੋਈ ਸਿੰਪਟਮ ਹੁੰਦੇ हैं तो ਅਸੀਂ ਦੇਖਦੇ ਹਾਂ ਕਿ उस प्रिस्क्रिप्शन में अपार्ट फ्रॉम पैरासीटामोल एंटीवायरल या सपोर्टिव देयर आर सर्टन थिंग्स विच आर मैंशन। वाइटामिनस का रोल होंदा है, तो वाइटामिनस का बहुत इंपॉर्टेंट रोल हैगा कोरोना दी इन्फेक्शन तो प्रिवेंट करने वास्ते या फाइट करने वास्ते, इवन जे हो गया तो उन्होंने सीवियर फॉर्म तो जाने बचाने वास्ते। वाइटामिन डी जिहड़ा हैगा वो बड़ा दिस रिसर्च ऑल्सो विच सेज दैट ਜਦੋਂ ਇਟਲੀ ਸਪੇਨ ਵਿੱਚ ਜਦੋਂ ਲੋਕਾਂ ਨੇ ਦੇਖਿਆ, ਜਦੋਂ ਅਸੀਂ ਰਿਸਰਚ ਨੇ ਦੇਖਿਆ ਕਿ ਕਿਹੜੇ ਲੋਕਾਂ ਦੀ ਡੈਥ ਜ਼ਿਆਦਾ ਹੋਈ ਹੈ, ਕਿਹੜੇ ਪੇਸ਼ੈਂਟ ਜ਼ਿਆਦਾ ਡੈਥ ਹੋਈ, ਓਬਵੀਅਸਲੀ ਏਜ ਇੱਕ ਕ੍ਰਾਈਟੇਰੀਆ ਸੀਗਾ। ਉਹਨਾਂ ਨੇ ਇੱਕ ਹੋਰ ਚੀਜ਼ ਦੇਖੀ ਕਿ ਮੈਜੋਰਿਟੀ ਆਫ ਦੈਮ ਵਰ ਵਾਈਟਾਮਿਨ ਡੀ ਡੈਫੀਸ਼ੀਐਂਟ। ਤਾਂ ਵਾਈਟਾਮਿਨ ਡੀ ਐਕਚੁਅਲੀ ਜਿਹੜਾ ਸਾਡੇ 에ਅਰਵੇ ਜਦੋਂ ਵਾਇਰਸ ਐਂਟਰ ਕਰਦਾ ਹੈ ਨਾ, ਤਾਂ ਇੱਕ ਪੈਪਟਾਈਡ ਹੁੰਦਾ, ਐਂਟੀਬਾਡੀਜ਼ ਹੁੰਦਾ ਜਿਹੜੀ ਫਸਟ ਲਾਈਨ ਆਫ ਡਿਫੈਂਸ ਹੈ ਵਾਇਰਸ ਦੇ ਅਗੇਂਸਟ। ਅਤੇ ਜਿਹੜੀ ਉਹ ਐਂਟੀਬਾਡੀਜ਼ ਜਾਂ ਪੈਪਟਾਈਡਸ ਬਣਦੀਆਂ ਹੈ ਉਹਦੇ ਉੱਤੇ ਵਾਈਟਾਮਿਨ ਡੀ ਇੰਪੋਰਟੈਂਟ ਕੰਮ ਰੋਲ ਪਲੇ ਕਰਦਾ ਹੈ। ਸੈਕੰਡਲੀ ਵਾਈਟਾਮਿਨ ਡੀ ਆਲਸੋ ਰਿਡਿਊਸਿਸ ਦੀ ਇਨਫਲੇਮੇਸ਼ਨ, ਮਤਲਬ ਜਦੋਂ ਹੁਣ ਇਨਫੈਕਸ਼ਨ ਹੋਇਆ ਅਤੇ ਜਦੋਂ ਇਹ ਸਾਹ ਦੀ ਪ੍ਰੋਬਲਮ ਹੋਏਗੀ ਜਾਂ ਕੁਝ ਕਲੌਟਸ ਬਣਨਗੇ, ਅਤੇ ਉਹ ਸਾਰੀ ਜਿਹੜੀ ਟੈਂਡੈਂਸੀ ਹੈਗੀ ਹੈ ਜਿਹੜੀ ਇਨਫਲੇਮੇਸ਼ਨ ਦੀ, ਉਹ ਵਾਈਟਾਮਿਨ ਡੀ ਘਟਾਉਂਦਾ ਹੈ। ਹੋਰ ਗੱਲ ਜਿਹੜੀ ਮੈਂ ਕਰਨਾ ਚਾਹੁੰਦਾ ਸੀ ਉਹ ਵਾਈਟਾਮਿਨ ਸੀ ਬਾਰੇ ਹੈਗੀ। ਵਾਈਟਾਮਿਨ ਸੀ ਅਸੀਂ ਦੇਖ ਰਹੇ ਹਾਂ ਕਿ ਸਾਰੇ ਪ੍ਰਿਸਕ੍ਰਿਪਸ਼ਨ ਜਿਹੜੀਆਂ ਅੱਜ ਕੱਲ੍ਹ ਮਿਲਦੀਆਂ ਹੈ, एवरी डॉक्टर इज़ प्रिस्क्राइबिंग वाइटामिन सी। वाइटामिन सी ਜਿਹੜਾ ਹੈਗਾ ਬਹੁਤ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਜਿਹੜੀ ਸਾਡੀ ਆਪਣੀ ਇਮਿਊਨ ਸਿਸਟਮ ਹੈ ਉਹ ਕਿਸ ਤਰ੍ਹਾਂ ਕੰਮ ਕਰ ਰਿਹਾ, ਕਿੰਨਾ ਰੋਬਸਟ ਹੈਗਾ, ਕਿੰਨਾ ਇਫੈਕਟਿਵ ਹੈਗਾ, ਉਹਦੇ 'ਚ ਵਾਈਟਾਮਿਨ ਸੀ ਦਾ ਰੋਲ ਹੁੰਦਾ ਹੈ। ਜਿਹੜਾ WBC ਹੈ, ਵਾਈਟ ਬਲੱਡ ਸੈੱਲ, ਜਿਹੜਾ ਐਕਚੁਅਲੀ ਬਲੱਡ 'ਚ ਜਿਹੜਾ ਸੈੱਲ ਹੈ ਜਿਹੜਾ ਇਨਫੈਕਸ਼ਨ ਨਾਲ ਲੜੇਗਾ, ਉਹਦਾ ਫੰਕਸ਼ਨ ਉਹ ਕਿਸ ਤਰ੍ਹਾਂ ਕੰਮ ਕਰੇ, ਜਾਂ ਜਿਵੇਂ ਹੁਣ ਵਾਇਰਸ ਜਦੋਂ ਥਰੋਟ 'ਤੇ ਐਂਟਰ ਗਿਆ ਤਾਂ WBC ਜਿਹੜਾ ਹੈਗਾ ਬੋਡੀ ਤੋਂ ਇੱਥੇ ਪਹੁੰਚੇ, ਉਹ ਵਾਈਟਾਮਿਨ ਸੀ ਉਹਦੇ 'ਚ ਰੋਲ ਪਲੇ ਕਰਦਾ। ਦੂਜਾ ਜਿਹੜੀ ਸਾਡੀ ਲਾਈਨਿੰਗ ਹੈਗੀ, ਮੂੰਹ ਦੀ ਲਾਈਨਿੰਗ, 에ਅਰਵੇ ਦੀ ਲਾਈਨਿੰਗ, ਟ੍ਰੇਕੀਆ, ਵਿੰਡ ਪਾਈਪ, ਸਭ ਦੀ ਲਾਈਨਿੰਗਸ ਜਿਹੜੀਆਂ ਹੈਗੀਆਂ, ਇਸ ਲਾਈਨਿੰਗ ਦੀ ਇੰਟੀਗ੍ਰਿਟੀ ਜਿਹੜੀ ਮੇਨਟੇਨ ਕਰਦਾ ਹੈ ਨਾ, ਉਹ ਵਾਈਟਾਮਿਨ ਸੀ ਮੇਨਟੇਨ ਕਰਦਾ ਹੈ। ਜੇ ਵਾਈਟਾਮਿਨ ਸੀ ਘੱਟ ਹੈਗਾ ਤਾਂ ਉਹ ਲਾਈਨਿੰਗ ਰੋਬਸਟ ਨਹੀਂ ਹੋਏਗੀ, ਸਟਰੈਂਥ ਨਹੀਂ ਹੋਏਗੀ, ਉਹ ਫਿਰ ਇਟ ਗਿਵ ਐਕਸੈਸ ਆਫ ਈਜ਼ੀ ਐਕਸੈਸ ਆਫ ਵਾਇਰਸ ਇਨਟੂ ਆਰ ਬੋਡੀ ਸਿਸਟਮ। ਜਦੋਂ ਅਸੀਂ ਛੋਟੇ ਹੁੰਦੇ ਸੀ ਤਾਂ ਬਥੇਰੀ ਵਾਰ ਕਿਤਾਬਾਂ 'ਚ ਵਾਈਟਾਮਿਨਸ ਬਾਰੇ ਪੜ੍ਹਾਇਆ ਜਾਂਦਾ ਸੀ, ਅਤੇ ਕਹਿੰਦੇ ਜਿਹਨੂੰ ਵਾਈਟਾਮਿਨ ਸੀ ਦੀ ਡੈਫੀਸ਼ੀਐਂਸੀ ਉਹਨੂੰ ਇੱਕ ਬਿਮਾਰੀ ਹੁੰਦੀ ਸੀ ਸਕਰਵੀ ਮਤਲਬ ਬਲੀਡਿੰਗ ਗਮਸ ਮਤਲਬ ਇਸ ਤਰ੍ਹਾਂ ਹੀ ਹੁੰਦਾ ਸੀ ਕਿ ਜਿਹੜੀ ਲਾਈਨਿੰਗ ਜਿਹੜੀ ਗਮਸ ਸੀ ਉਹ ਖੁੱਲ੍ਹ ਜਾਂਦੀ ਸੀ ਅਤੇ ਬਲੀਡਿੰਗ ਹੁੰਦੀ ਸੀ। ਅਤੇ ਵਾਈਟਾਮਿਨ ਸੀ ਦਾ ਨਾ ਇੱਕ ਬੜਾ ਹੀ ਇੰਪੋਰਟੈਂਟ ਗੱਲ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਨਾ ਚਾਹੁੰਦਾ। ਵਾਈਟਾਮਿਨ ਸੀ ਜਿਹੜੀ ਹੈਗੀ ਉਹ ਡੋਜ਼ ਬੜੀ ਇੰਪੋਰਟੈਂਟ ਹੈ। ਇਹ ਸਾਰੇ ਵਾਈਟਾਮਿਨ ਮਤਲਬ ਵਾਈਟਾ ਮਿਨਰਲ, ਇਹ ਇੰਪੋਰਟੈਂਟ ਐਲੀਮੈਂਟਸ ਹੈਗੇ ਜਿਹੜੇ ਸਾਡੀ ਬੋਡੀ ਦੀ ਫੰਕਸ਼ਨਿੰਗ ਲਈ ਇੰਪੋਰਟੈਂਟ ਹੈ। ਹੁਣ ਵਾਈਟਾਮਿਨ ਸੀ ਦੀ ਜਿਹੜੀ ਡੋਜ਼ ਹੁੰਦੀ ਹੈ ਉਹ 70 ਮਾਈਕਰੋਮੋਲ ਜੇ ਸਾਡੀ ਬਲੱਡ ਵਿੱਚ ਰਹੇਗੀ, ਦੈਟ ਮੀਨਸ ਕਿ ਸਾਡਾ ਇਮਿਊਨ ਸਿਸਟਮ ਬਹੁਤ ਅੱਛਾ ਕੰਮ ਕਰ ਰਿਹਾ ਹੈ। ਅਤੇ ਵਾਈਟਾਮਿਨ ਸੀ ਇਜ਼ ਡਿਫਰੈਂਟ ਫਰੋਮ ਅਦਰ ਵਾਈਟਾਮਿਨਸ ਬਿਕੋਜ਼ ਇਟ ਇਜ਼ ਅ ਵਾਟਰ ਸੋਲਿਊਬਲ। ਇਹ ਸਾਡੇ ਸਰੀਰ ਵਿੱਚ ਲਾਈਕ 4 to 5 ਆਵਰਸ ਰਹਿੰਦਾ ਫਿਰ ਯੂਰਿਨ ਦੇ ਥਰੂ ਨਿਕਲ ਜਾਂਦਾ। ਵੈਰਸ ਵਾਈਟਾਮਿਨ ਡੀ, ਵਾਈਟਾਮਿਨ ਈ, ਵਾਈਟਾਮਿਨ ਕੇ ਇਹ ਫੈਟ ਸੋਲਿਊਬਲ ਹੈ ਅਤੇ ਇਹ ਕਈ ਮਤਲਬ ਮੰਥਸ ਤੱਕ ਬੋਡੀ 'ਚ ਰਹਿੰਦੇ। ਇਸ ਲਈ ਇਟ ਇਜ਼ ਨਾਟ ਫॉर एन एवरेज adult to have that 70 micromole concentration. The average daily intake of vitamin C has to be around 2 grams. 2 ग्राम मतलब जे तुसी आंवला खा रहे हो तो एक आंवले 600 मिलीग्राम है, 4 आंवले। जे तुसी चूबल टैबलेट खा रहे हो तो एटलीस्ट 4 टैबलेट्स। जे तुसी 1 ग्राम दी खा रहे हो तो 2 टैबलेट्स। लाइपोसोमल प्रिपरेशन आती है वाइटामिन सी दी जी तुसी पानी च घोल के भी पी सकते हो, तो वो दिन 2 एटलीस्ट। तो ਜਿਹੜੇ ਲੋਕ ਹੈਗੇ ਜਿਨ੍ਹਾਂ ਨੂੰ ਐਲਡਰਲੀ ਹੈ, ਡਾਇਬੈਟਿਕ ਹੈ, ਕੋਈ ਸਮੋਕਰ ਹੈ, ਕਿਸੇ ਨੂੰ ਕੈਂਸਰ ਜਾਂ ਹੋਰ ਕੋਈ ਪ੍ਰੋਬਲਮ ਹੈਗੇ, ਉਹਨੂੰ ਐਟਲੀਸਟ 3 ਗ੍ਰਾਮ 4 ਗ੍ਰਾਮ ਤੱਕ ਡੇਲੀ ਲੈਣਾ ਚਾਹੀਦਾ, ਤਾਂ ਕਿ ਜੇ ਵਾਇਰਸ ਅਸੀਂ ਇਨਕਾਊਂਟਰ ਕਰੀਏ ਤਾਂ ਸਾਡਾ ਇਮਿਊਨ ਸਿਸਟਮ ਇੰਨਾ ਵਧੀਆ ਹੋਏ ਕਿ ਸਾਨੂੰ ਅਸੀਂ ਉਹਦੇ ਨਾਲ ਲੜ ਪਈਏ। ਜਿਹੜੀ ਇਹ ਪ੍ਰਿਸਕ੍ਰਿਪਸ਼ਨ ਮੈਂ ਦੇਖੀਆਂ ਕਈ ਕਿਸੇ 1 ਗੋਲੀ ਕਹਿ ਰਹੇ ਹੈ ਜਾਂ 2 ਗੋਲੀ ਖਾ ਲਓ, ਇਹ ਨਹੀਂ ਸਰ। ਐਟਲੀਸਟ वो 1.5 to 2 ग्राम फॉर एवरेज एडल्ट होनी है। बच्चे वास्ते एक टैबलेट 2 टैबलेट ठीक है। वाइटामिन सी का एक होर इंपॉर्टेंट रोल है जोड़ा इंजैक्टेबल रोल कहते हैं IV। USA एक रियोडन क्लिनिक है विच हैज़ डॉक्यूमेंटेड द यूज ऑफ IV वाइटामिन C in stage 4 cancers, that is they give high doses of injections of vitamin C and
ਸਟੇਜ 4 ਕੈਂਸਰ ਬੇਸਿਕਲੀ ਇਮਿਊਨ ਸਿਸਟਮ ਨੂੰ ਰੋਬਸਟ ਕਰਕੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਨਿਮੋਨੀਆ ਹੋ ਗਿਆ, ਸੈਪਸਿਸ ਹੋ ਗਿਆ, ਉਹਦੇ 'ਚ ਵੀ IV ਵਿਟਾਮਿਨ C ਦਾ ਰੋਲ ਹੈਗਾ। ਡਾਕਟਰਸ ਇਨ ਵੂਹਾਨ ਐਕਚੁਅਲੀ ਉੱਥੇ ਕੀ ਕਰਦੇ ਹੈ ਕਿ ਜਿਵੇਂ ਹੀ ਸਿੰਪਟਮ ਸ਼ੁਰੂ ਹੁੰਦਾ ਹੈ, ਕਿਸੇ ਨੂੰ ਬੁਖਾਰ ਜਾਂ ਖਾਂਸੀ ਹੈ, ਇਸ ਵੀ ਕੋਈ ਚੀਜ਼ ਸ਼ੁਰੂ ਹੋਈ, ਉਹਨੂੰ ਉਸ ਨਾਲ ਹੀ ਨਾਲੋਂ ਹਾਈ ਡੋਜ਼ਿਸ ਆਫ IV ਵਿਟਾਮਿਨ C ਲਾਣਾ ਸ਼ੁਰੂ ਕਰ ਦਿੰਦਾ ਹੈ। ਤੇ ਦੇਖਿਆ ਗਿਆ ਹੈ ਕਿ ਅਰਾਊਂਡ 30 to 40% ਰਿਡਕਸ਼ਨ ਹੁੰਦੀ ਹੈ ਕਿਸੇ ਮਤਲਬ for people going into ICUs, or even if that fever if it needs to be persisting for 1 week or 2 weeks, it reduces like 50%. The time is also reduced, intensity is reduced. And I have used IV vitamin C for my cancer patients because I was worried कि cancer patient है, immunity घटेगी, कितने severe form ना आ जाए. So obviously we were initially exploring the use of IV vitamin C for stage 4 cancers, and when I read all these things, so I have used IV vitamin C for my cancer patients, and it really worked. And few of other patients also I have recommended, and some of them have used it, and they have also given very positive feedback. So we intend to do a informal study and collect more data and recommend it to ICMR. The other aspect, another thing which I want to cover is that ਜਦੋਂ ਅਸੀਂ ਇਹ ਸ਼ੁਰੂ ਹੋਇਆ ਸੀ April ਦੇ ਟਾਈਮ, ਇੱਕ WhatsApp ਆਇਆ ਹੋਣਾ ਜਿਹਦੇ 'ਚ ਉਹਨਾਂ ਨੇ ਦੱਸਿਆ ਸੀ ਜੀ ਇਟਲੀ 'ਚ ਲੋਕਾਂ ਦੇ ਮਤਲਬ ਜਦੋਂ ਡੈਥ ਹੋਈ ਤੇ ਉਹਨਾਂ ਦੀ ਅਟੋਪਸੀ ਕੀਤੀ ਗਈ ਤੇ ਉਹਨਾਂ ਨੇ ਦੇਖਿਆ ਕਿ ਥ੍ਰੋਮਬਸ ਬਣਦੇ ਮਤਲਬ ਬਲੱਡ ਕਲੌਟਸ ਬਣਦੇ ਜਿਸ ਕਾਰਨ ਮਤਲਬ ਹਾਰਟ, ਲੰਗ, ਕਿਡਨੀ ਫੇਲੀਅਰ ਹੋਇਆ ਤੇ ਡੈਥ ਹੋਈ। ਇਹ ਗੱਲ ਸਹੀ ਹੈਗੀ, ਕਾਫੀ ਰਿਸਰਚ ਵੀ ਹੁਣ ਇਹਦੇ ਚਾਹੀਏ ਕਿ ਕੋਵਿਡ ਵਾਇਰਸ ਜਿਹੜੀ ਹੈਗਾ ਉਹ ਥ੍ਰੋਮਬਸਿਸ ਬਣਾਉਂਦਾ ਹੈ, ਉਹ ਮਤਲਬ ਬਲੱਡ ਕਲੌਟਸ ਬਣਾਉਂਦਾ ਹੈ, ਬਲੱਡ ਨੂੰ ਕਲੌਟਿੰਗ ਕਰਦਾ ਹੈ, ਜਿਸ ਕਾਰਨ ਆਰਗਨ ਫੇਲੀਅਰ ਹੁੰਦਾ ਹੈ ਤੇ ਡੈਥ ਹੁੰਦੀ ਹੈ। ਤੇ ਵਿਟਾਮਿਨ K ਜਿਹੜਾ ਹੈਗਾ ਉਹ ਇੰਪੋਰਟੈਂਟ ਵਿਟਾਮਿਨ ਹੈ। ਇਟ ਕੀਪਸ ਆਰ ਕਲੌਟਿੰਗ ਸਿਸਟਮ ਹੈਲਦੀ, ਆਲਸੋ ਕੀਪਸ ਦੈਟ ਲੰਗ ਫਾਈਬਰਸ ਹੈਲਦੀ। ਸੋ ਖਾਸ ਕਰ ਜਿਹੜੀ ਲਿਵਰ ਡਿਜ਼ੀਜ਼ ਦੇ ਪੇਸ਼ੈਂਟ ਹੈਗੇ ਜਿਨ੍ਹਾਂ 'ਚ ਕਲੌਟਿੰਗ ਸਿਸਟਮ ਖਰਾਬ ਹੁੰਦਾ ਹੈ, ਅਸੀਂ ਵਿਟਾਮਿਨ K ਦੇ ਇੰਜੈਕਸ਼ਨਸ ਵੀ ਦਿੰਦੇ ਉਹਨਾਂ ਨੂੰ। ਵਿਟਾਮਿਨ K ਨੋਰਮਲੀ ਸਾਡੀ ਜਿਹੜੀ ਇੰਡੀਅਨ ਵੈਜੀਟੇਰੀਅਨ ਡਾਈਟ ਹੈਗੀ, ਬਰੋਕਲੀ, ਗ੍ਰੀਨ ਵੈਜੀਟੇਬਲਸ, ਬੈਰੀਜ਼, ਇਹਦੇ 'ਚ ਹੁੰਦਾ ਹੈ ਤੇ we are normally not deficient, but that this is an optional. I do recommend to some of my patients, if they want to take, they can take a 100 microgram supplement ਆਉਂਦਾ ਹੈ ਟੈਬਲੇਟ ਦਾ, ਜੋ ਲੈਣਾ ਚਾਹੁੰਦੇ ਤਾਂ ਇਸ ਜਿਹੜਾ ਹੁਣ ਕ੍ਰਿਟੀਕਲ 2-3 ਮਹੀਨੇ ਉਹ ਲੈ ਸਕਦੇ। ਲਾਸਟ ਨਹੀਂ ਕਹਿ ਰਿਹਾ, ਇੱਕ ਹੋਰ ਚੀਜ਼ ਜਿਹੜੀ ਬਹੁਤ ਅੱਛੀ ਪ੍ਰਿਸਕ੍ਰਾਈਬ ਕੀਤੀ ਜਾ ਰਹੀ ਹੈ ਤੇ ਉਹਦਾ ਰੋਲ ਵੀ ਇਫੈਕਟਿਵ, ਉਹ ਜ਼ਿੰਕ ਹੈ। ਜ਼ਿੰਕ ਤਾਂ ਹੁਣ ਡਾਕੂਮੈਂਟਡ ਰਿਸਰਚ ਹੈ ਕਿ ਬਹੁਤ ਇੰਪੋਰਟੈਂਟ ਫੈਕਟਰ ਹੈਗਾ। ਜ਼ਿੰਕ ਦੇ ਕੀ ਕੰਮ ਹੈਗੇ? ਜ਼ਿੰਕ ਕੀ ਕਰੇਗਾ, ਜਿਹੜਾ RNA ਪੋਲੀਮਰੇਜ਼ ਜਿਹੜਾ ਇੱਕ ਐਂਜ਼ਾਈਮ ਹੁੰਦਾ ਜਿਹਦੇ ਨਾਲ ਕੋਵਿਡ ਵਾਇਰਸ ਡਬਲ ਹੁੰਦਾ, ਉਸ ਨੂੰ ਉਹ ਰੋਕਦਾ ਹੈ। ਦੂਜਾ, ਜਦੋਂ ਵਾਇਰਸ ਐਂਟਰ ਕਰਦਾ ਤਾਂ ACE2 ਰਿਸੈਪਟਰ ਹੁੰਦਾ ਜਿਹਦੇ 'ਤੇ ਉਹ ਬਾਈਂਡ ਕਰਦਾ ਅਤੇ ਆਪਣੇ ਸਿਸਟਮ ਵਿੱਚ ਵੜ ਜਾਂਦਾ। ਉਹ ਰਿਸੈਪਟਰ ਦੀ ਜਿਹੜੀ ਮਤਲਬ ਐਕਸਪ੍ਰੈਸ਼ਨ ਹੈ ਉਹਨੂੰ ਵੀ ਘੱਟ ਕਰਦਾ। ਸੋ ਜ਼ਿੰਕ। ਐਂਡ ਥਰਡਲੀ ਜਿਹੜਾ ਇੰਟਰਫੇਰੋਨ is the component of our immune system which is specifically acts against virus. So the functioning of interferon, the production of interferon is also zinc plays a role in that. Secondly, ਅਸੀਂ ਕਈ ਵਾਰ ਇਹ ਵੀ ਦੇਖਿਆ ਕੋਵਿਡ ਪੇਸ਼ੈਂਟ ਵਿੱਚ ਕਿ ਮਤਲਬ ਵਾਇਰਸ ਦੇ ਨਾਲ ਉਹਨਾਂ ਨੂੰ ਨਾਲ ਬੈਕਟੀਰੀਆ ਦਾ ਇਨਫੈਕਸ਼ਨ ਹੋ ਗਈ, ਕਿਸੇ ਨੂੰ ਨਿਮੋਨੀਆ ਹੋ ਗਿਆ, ਤੇ ਉਹ ਸਾਰੀ ਗੱਲਾਂ ਤੇ ਉਹ ਸਭ ਵੀ ਜ਼ਿੰਕ ਪ੍ਰੀਵੈਂਟ ਕਰਦਾ ਹੈ। ਨਾਲ ਜਿਵੇਂ ਵਿਟਾਮਿਨ D ਇਨਫਲੇਮੇਸ਼ਨ ਘਟਾਉਂਦਾ ਹੈ, ਉਸ ਤਰ੍ਹਾਂ ਜ਼ਿੰਕ ਵੀ ਇਨਫਲੇਮੇਸ਼ਨ ਘਟਾਉਣ ਵਿੱਚ ਕੰਮ ਕਰਦਾ ਹੈ। ਜ਼ਿੰਕ ਦਾ ਇੱਕ ਬੜੀ ਇੰਪੋਰਟੈਂਟ ਗੱਲ ਹੈਗੀ ਕਿ ਇਹਦੀ ਡੇਲੀ ਜਿਹੜੀ ਡੋਜ਼ ਹੋਣੀ ਚਾਹੀਦੀ 75 ਮਿਲੀਗ੍ਰਾਮ ਹੋਣੀ ਚਾਹੀਦੀ। ਹੁਣ 75 ਮਿਲੀਗ੍ਰਾਮ ਇਸ ਮੈਂ ਕਈ ਵਾਰ ਦੇਖਿਆ ਕਿ ਲੋਕੀ B ਕੰਪਲੈਕਸ ਨਾਲ ਜ਼ਿੰਕ ਲੈ ਰਹੇ ਹੁੰਦੇ, ਬਟ ਜ਼ਿੰਕ ਉਹਨਾਂ ਦੇ ਅੰਦਰ प्रिपरेशन में पढ़ो तो पता है 15 मिलीग्राम ही जिंक है। तो माई रिकमेंडेशन इज दैट एटलीस्ट टेक अ प्रिपरेशन इफ यू आर यूजिंग अ जिंक विद B complex, 50 milligram zinc is good. What I normally recommend for my patients who develop COVID symptoms, I would give a zinc with B complex and a separate zinc tablet also, so that around 100 milligram daily dose is achieved. There is another element, selenium. बहुत ज़्यादा मेडिकल फ्रेटर्निटी वाले असी मेरे ਜਿਹੜੇ फ्रेटर्निटी वाले वो selenium नहीं प्रिस्क्राइब करते, but selenium ਜਿਹੜੀ ਹੈਗੀ ਹੈ और there is a research which says that people who were from selenium rich, who had selenium rich diet, they had 5 times less complication as compared to people who had selenium poor diet. Selenium basically fish वर्गी चीज़ें ज़्यादा होता है, and we are not fish eaters at this point of time. Obviously, majority of us are not having fish or not much of the knowledge. Selenium ਦਾ ਇੱਕ 100 ਮਾਈਕਰੋਗ੍ਰਾਮ ਦਾ ਇੱਕ ਸਪਲੀਮੈਂਟ ਆਉਂਦਾ ਹੈ, ਉਹ ਤੁਸੀਂ ਲੈ ਸਕਦੇ ਹੋ
I do recommend it to my patient, but that is still an optional. Again, vitamin A is important for the integrity of the skin, the mucosa and eye ਦੀ ਜਿਹੜੀ cornea lining ਹੈਗੀ ਹੈ, ਤੇ ਇਹ ਸਭ ਜੇ robust ਹੋਏਗਾ ਤਾਂ ਵਾਇਰਸ ਦੀ ਐਂਟਰੀ ਨਹੀਂ ਮਿਲੇਗੀ। ਤਾਂ ਵਿਟਾਮਿਨ A ਨਾਰਮਲੀ ਸਾਡੀ ਡਾਈਟ ਹਰੀ ਸਬਜ਼ੀ ਪੀਲੀ ਸਬਜ਼ੀਆਂ ਫਰੂਟਸ ਵਿੱਚ ਹੁੰਦਾ ਹੈ। We are not recommending vitamin A supplementation. Omega-3 fatty acids, yes, they do play a role in immune system. So I do sometimes recommend कि ਤੁਸੀਂ omega-3 fatty acid ਦੇ supplement ਲੈ ਸਕਦੇ ਹੋ, DHA ਵਗੈਰਾ ਹੁੰਦਾ। Fish again is a good source. And ਲਾਸਟਲੀ ਪ੍ਰੋਬਾਇਓਟਿਕਸ। ਠੀਕ ਹੈ, ਪ੍ਰੋਬਾਇਓਟਿਕ ਮਤਲਬ ਜਿਵੇਂ ਹੁਣ ਦਹੀਂ ਹੈਗੀ ਹੈ, ਲੱਸੀ ਹੈ, ਜਾਂ ਅੱਜ ਕੱਲ੍ਹ ਦਹੀਂ ਵੀ ਪ੍ਰੋਬਾਇਓਟਿਕ ਨਾਲ ਸਪਲੀਮੈਂਟ ਹੁੰਦੀ ਹੈ। ਪ੍ਰੋਬਾਇਓਟਿਕਸ ਨਾਲ ਜਿਹੜੀ ਗੈਸਟ੍ਰਿਕ ਸਿੰਪਟਮਸ ਹੁੰਦੇ ਨੇ, ਡਾਇਰੀਆ ਵਗੈਰਾ, ਉਹ ਘੱਟ ਜਾਂਦਾ ਹੈ। ਅਤੇ normally we should have a good intake of all these products in our daily diet, and if symptoms develop, commercial preparations like Sporolac, Darolac, Enterogermina is a liquid residue, you can just cut it and drink it. Yakult is a good source, so any of those things can be taken. So these are things which we should definitely use it and optimize it so that our immune system is functioning optimally and we don't land up in severe complications of COVID. Last thing I want to just touch upon is all those natural products which ਜਿਹੜੇ ਕਾੜਾ ਵਿੱਚ ਬਣਦੇ ਹੈ, ਜਿਹੜੇ actual use ਹੁੰਦੇ हैं। Whatever I'll mention, there is certain research behind it. So haldi, curcumin means curcumin ਜਿਹੜੀ has an antiviral, antimicrobial, even ਜਿਹੜਾ enzyme ਹੈ ਜਿਹੜਾ ਵਾਇਰਸ ਨੂੰ enter ਕਰਦਾ ਹੈ ਸਿਸਟਮ, ਉਸ enzyme ਉੱਤੇ ਵੀ ਹਲਦੀ ਦੀ curcumin ਦੀ ਅੱਛੀ ਉਹਦਾ ਐਕਸ਼ਨ ਹੈਗਾ। there is a research behind it, but the daily doses of curcumin should be 2 grams. So that is like when you are taking a supplement, so make sure that 1500 milligram or 2 grams of a good curcumin supplement you are taking. आजकल एक नैनो curcumin का supplement भी आता है, जे तुसी वो देख लेना चाहो तो वो भी ले सकते हो। RCC त्रिवेंद्रम की रिसर्च है, इन्होंने नैनो curcumin यूज़ किया सी कैंसर, stage 4 कैंसर, एडवांस कैंसर इज, and they have shown good results. Ashwagandha, like बाबा रामदेव की ਜਿਹੜੀ ਕੋਲੋਨਲ ਟੈਬਲੇਟ ਹੈ, ਅਸ਼ਵਗੰਧਾ ਦੀ IIT ਦਿੱਲੀ ਦੀ ਕੋਲੈਬੋਰੇਸ਼ਨ ਨਾਲ ਇੱਕ ਰਿਸਰਚ ਹੈਗੀ, ਜਿਹਦੇ 'ਚ ਉਹਨੇ ਵਾਇਰਸ ਅਗੇਨ ਜਿਹੜਾ ਵਾਇਰਸ ਐਂਜ਼ਾਈਮ ਵਾਇਰਸ ਨੂੰ ਰੈਪਲੀਕੇਟ ਕਰਦਾ ਉਹਦੇ ਅਗੇਂਸਟ ਉਹ ਕੰਮ ਕਰਦਾ ਹੈ। ਇਟ ਇਜ਼ ਅਗੇਨ ਐਵੀਡੈਂਸ ਬਿਹਾਈਂਡ ਇਟ। Similarly, there is an evidence for black pepper. Black pepper is a good antimicrobial property and it is a gastroprotective. So ਕਾਲੀ ਮਿਰਚ ਜਿਹੜੀ ਡਾਇਰੀਆ ਵਾਲੇ ਸਿੰਪਟਮਸ ਹੈਗੇ ਉਹਨੂੰ ਘਟਾਉਂਦੀ ਹੈ। क्लोव्स, लौंग ओरल हाइजीन मेनटेन रखती है, जो साडा मुँह साफ रहे, उसकी हाइजीन अच्छी रहे, तो ऑब्वियसली जो वायरस आएगा तो असी इतना खराब नहीं करेगा, तो वो भी अच्छा हैगा। नीम, तुलसी, गार्लिक, ये इम्यूनो बूस्टर्स हैं, दिस द रिसर्च, सो यू कैन यूज दैट। जिंजर, सिनेमन, दे आर एंटी इन्फ्लामेटरी, सो जो तुहानू असी अदरक वाली चाह पींदे ने, गला खराब है तो बेसिकली वो रिलीफ मिलता है। पेपरमिंट नाल ब्रोंकियल मसल्स जिहड़े हैगे वो मतलब वो साह ईजीली रिलैक्स होंगे, तो साह अच्छा चल रहा है। तो ऑल दीज आर एलिमेंट्स, ऑब्वियसली आर ग्रैंड मदर्स आर मच मोर एक्सपीरियंस देन मी टू प्रिस्क्राइब दीज थिंग्स, बट आई जस्ट शेयर्ड यू these elements which have a research behind it and it's a documented thing that they do work. So all these things can definitely be done to prevent ourselves or protect ourselves from COVID. I would request that you share these things with the Sangat. And another important thing, I am not an expert in treating the severe form of COVID virus which is in ICU or so I am a cancer surgeon, so basically and with our COVID initiative I am basically looking after patients who develop early symptoms and how we can manage. So COVID is again like cancer, you catch it early and be initially effective in treatment and prevent it from going severe. So that is the main strategy of COVID. So my advice and my recommendation is that किसी ਨੂੰ कोई symptom बन रहा है या कुछ हो रहा है तो ਉਹਨੂੰ ਛੇਤੀ ਤੋਂ ਛੇਤੀ ਟੈਸਟ ਮਤਲਬ ਕਰਾ ਲੈਣਾ ਚਾਹੀਦਾ। ਜੇ ਟੈਸਟ 'ਚ ਕੋਵਿਡ ਆ ਜਾਏ ਤਾਂ ਐਟਲੀਸਟ ਜਿਹੜੀ ਇਹ ਨਵੀਂ ਦਵਾਈ ਆਈ ਹੈ ਫੈਬੀ ਫਲੂ, ਇਹਨਾਂ ਨੇ ਜਾਪਾਨ ਦਾ ਇੱਕ ਰਿਸਰਚ ਹੈਗਾ, ਉਹਨਾਂ ਨੇ ਇਹੀ ਯੂਜ਼ ਕੀਤਾ ਸੀ ਕਿ ਫੈਬੀ ਫਲੂ ਐਕਚੁਅਲੀ ਤਾਂ ਇਬੋਲਾ ਵਾਇਰਸ ਦੀ ਦਵਾਈ ਹੈ, ਤੇ ਦੇ ਹੈਵ ਯੂਜ਼ਡ ਫੈਬੀ ਫਲੂ ਫॉर अर्ली डिजीज, अर्ली सिम्टम्स एंड इट हैज़ वर्क। ਇਹਦਾ ਕੋਈ
बेसिक बहुत गंदा साइड इफेक्ट नहीं है, यूरिक एसिड बढ़ाती है ज़्यादा से ज़्यादा, बट जो लिवर फंक्शन सब ठीक है, यूरिक एसिड नॉर्मल हैगा तो ਅਸੀਂ ਫੈਬੀਫਲੂ यूज़ कर सकते हैं, कोई मेजर साइड इफेक्ट ज़्यादा करती नहीं है। जो साढ़े डॉक्टर्स ਹੁਣ ਅਸੀਂ भी बहुत ज़्यादा यूज़ नहीं की थी, बट जिन्ना देखा गया दूसरा आई डू यूज़ मतलब फॉर अर्ली सिम्टम्स for some patients, especially high risk, and if they want, I do use IV vitamin C, and it has worked. It has worked in few of lot of my patients, and I do so that वो ਜਿਹੜਾ symptom ਹੈਗਾ ਉਹ ਛੇਤੀ ਠੀਕ ਹੋ ਜਾਂਦਾ ਹੈ। ਤੇ ਬਾਕੀ ਕੋਮੋਰਬਿਡਿटीज ਜਿਵੇਂ ਡਾਇਟ ਹੋ ਗਈ, ਡਾਇਬੀਟੀਜ਼ ਹੋ ਗਿਆ, ਅਨੀਮੀਆ ਹੋ ਗਿਆ, ਹਾਰਟ, ਇਹ ਸਭ ਨੂੰ ਕੰਟਰੋਲ ਰੱਖੋ। ਤੇ ਮੈਜੋਰਿਟੀ ਆਫ ਟਾਈਮਸ ਮਤਲਬ ਜੇ ਕੋਵਿਡ ਹੋ ਵੀ ਜਾਂਦਾ ਹੈ ਤੇ ਟਾਈਮ ਨਾਲ ਠੀਕ ਹੋ ਜਾਏਗਾ ਇੱਕ ਨॉर्मल वायरस। थोड़ा ज़्यादा विरुलेंट है नॉर्मल वायरस तो मतलब ज़्यादा टाइम लेगा या मतलब बुखार की इंटेंसिटी ज़्यादा होएगी, माइल्ड या ज़्यादा होएगा, बट अल्टीमेटली मेजॉरिटी ऑफ टाइम्स ठीक हो जाता है। बहुत एल्डरली पीपल भी ठीक होते हैं, इस तरह की कोई गल नहीं है कि एल्डरली पीपल जो हो गया तो उन्होंने मतलब सिवियर फॉर्म में होएगी। मेजॉरिटी ऑफ देम वुड ऑल्सो हैव अ माइल्ड डिजीज, बट येस सर्टन कैटेगरीज इफ वी कैन आइडेंटिफाई प्रीएम्प्ट और बी एग्रेसिव इन our treatment, we might be able to prevent them from going into severe form। ਤੇ ਬਾਕੀ ਜਿਹੜਾ ਸੰਜੂ ਵੀਰ ਜੀ ਦਾ ਇਨੀਸ਼ੀਏਟਿਵ ਹੈਗਾ ਉਹ ਬਹੁਤ ਅੱਛਾ ਹੈਗਾ। ਆਪਣਾ ਮਤਲਬ ਹਰੇਕ ਨੂੰ SpO2 ਤੋਂ ਘਰ ਰੱਖ ਹੀ ਲੈਣਾ ਚਾਹੀਦਾ ਹੈ। ਤੇ ਜੇ SpO2 ਰੂਟੀਨਲੀ ਮੇਜਰ ਕਰੋ, ਇਨੀਸ਼ੀਅਲੀ ਤੇਰਾ 6 ਮਿੰਟ ਵਾਕ ਵਾਲਾ ਵੀ ਫੰਡਾ ਸੀਗਾ, ਥੋੜਾ ਚੱਲ ਲਓ, ਉਸ ਤੋਂ ਬਾਅਦ ਤੁਸੀਂ ਲਾ ਕੇ ਦੇਖ ਲਓ ਕਿ SpO2 ਫਾਲ ਤਾਂ ਨਹੀਂ ਹੋ ਰਹੀ। तो वो सारी गल्लां करनियां चाहिए। नॉर्मल बंदे नूं भी अपनी छाती पर ध्यान देना चाहिए है, योगा वगैरह करना चाहिए है, सारी एक्सरसाइज करनियां चाहिए है, अलोम विलोम प्राणायाम करना चाहिए है। गुब्बारे फैलाना बहुत अच्छी एक्सरसाइज हैगी, वो भी तुसीं कर सकते हो, छाती अच्छी रहेगी तो कॉम्पीटिशन घटणगे। ये सारी गल्लां मतलब तो बेसिकली यही है, दो फैक्टर है कि तुसीं अपने आप नूं प्रोटेक्ट करो ताकि वायरल लोड बहुत ज़्यादा एक्सपोज ना हो तुसीं उस तो। ऑब्वियसली हर बंदे ने काम करना है, ਅਸੀਂ ਵੀ हॉस्पिटल जाते हैं, वी डू वांट टू प्रोटेक्ट आवरसेल्फ बाय टेकिंग दी एडिक्वेट, मतलब अनगैली नहीं करनी, बेवकूफ़ी नहीं करनी। मतलब मैं हुण बिना मास्क लाए चले जाना कोई फ़ायदा नहीं। जो मैं घर आया तो ऑब्वियसली आई शुड टेक अ बाथ, आई शुड नॉट go out unnecessarily, which is necessary, everything should be done that। So what is necessary, do the work, protect yourself, use the normal recommendations by government। Secondly, optimize yourself, everybody of us should optimize ourselves। If somebody is diabetic, somebody is vitamin D deficient, somebody is smoking, koi heart की problem, cancer, again I would request from your channel to everybody that please cancer ਨੂੰ ਨਾ ਉਸ ਤਰ੍ਹਾਂ ਨਾ ਰੱਖੋ ਕਿ ਤੁਸੀਂ ਜੇ ਬਾਈ ਚਾਂਸ ਕਿਸੇ ਨੂੰ ਬ੍ਰੈਸਟ 'ਚ ਕੋਈ ਲੰਪ ਹੈ ਜਾਂ ਮੂੰਹ 'ਚ ਕੋਈ ਛਾਲਾ ਹੋ ਗਿਆ ਤੇ ਉਹ मतलब ਅਸੀਂ कोविड तो बाद कोविड ਇਹ रहेगा, ਇਹ ਜਾਏਗਾ ਨਹੀਂ ਇੰਨੀ ਛੇਤੀ। ਤੇ ਬਹੁਤ ਬਾਰੇ ਹੁੰਦਾ ਕਿ ਜਿਹੜਾ ਟਾਈਮ ਅਸੀਂ ਵੇਟ ਕਰਦੇ ਨਾ ਤੇ ਉਹ ਵੱਧ ਜਾਂਦਾ ਹੈ। ਜੇ ਕੈਂਸਰ ਵੱਧ ਜਾਏ ਤਾਂ ਆਬਵੀਅਸਲੀ ਉਹਦਾ ਟ੍ਰੀਟਮੈਂਟ ਹੋਰ ਡਿਫਿਕਲਟ ਹੈ। ਹੁਣ ਸਪੋਜ਼ਿਟਲੀ ਜੇ ਮੇਰੇ ਕੋਲ ਬ੍ਰੈਸਟ ਕੈਂਸਰ अर्ਲੀ ਸਟੇਜ ਤੇ ਪਹੁੰਚ ਜਾਏ ਤੇ अर्ਲੀ ਸਟੇਜ ਤੇ ਹੋ ਗਿਆ, ਤੁਸੀਂ ਸਰਜਰੀ ਕਰਤੀ, ਹੋ ਸਕਦਾ 50% ਟਾਈਮ ਤੇ ਹਾਰਮੋਨ ਥੈਰੇਪੀ ਦੀ ਲੋੜ ਪਏ, ਅਸੀਂ ਕੀਮੋ ਅਵੋਇਡ ਕਰ ਜਾਈਏ। ਤੇ ਹੁਣ ਕੀਮੋ ਵਰਗੀ ਚੀਜ਼ ਜੇ ਅਸੀਂ अर्ਲੀ ਸਟੇਜ ਤੇ ਰੱਖਾਂਗੇ ਤਾਂ ਹੀ ਅਵੋਇਡ ਕਰਾਂਗੇ। ਉਹ ਮੂੰਹ ਦਾ ਕੈਂਸਰ ਹੈ, ਉਹਨੂੰ ਕੀਮੋ ਰੇਡੀਏਸ਼ਨ ਜੇ ਅਸੀਂ ਸਿਰਫ ਆਪਰੇਸ਼ਨ ਵਾਲੀ ਕੰਮ ਕਰ ਲਈਏ ਤੇ ਕੈਂਸਰ, ਇਸ ਲਈ ਕੈਂਸਰ ਦੀ ਮੈਂ ਸਿੰਸੀਅਰ ਰਿਕੁਐਸਟ ਕਰਨਾ ਚਾਹੁੰਦਾ ਕਿ ਪਲੀਜ਼ ਕੈਂਸਰ ਨੂੰ ਨਾ ਮਤਲਬ ਇਹ ਚੀਜ਼ ਨਾ ਸੋਚੋ ਕਿ ਕੋਵਿਡ ਅਸੀਂ ਨਿਕਲ ਜਾਏਗਾ ਤਾਂ ਅਸੀਂ ਦਿਖਾਵਾਂਗੇ। ਉਹਦੇ ਨਾਲ ਉਹ ਚੀਜ਼ ਪ੍ਰੋਗਰੈਸ ਹੋ ਰਹੀ ਹੈ। ਮੈਂ ਬਹੁਤ ਪੇਸ਼ੈਂਟ ਦੇਖੇ ਹੈ ਕਿ ਜਿਹੜਾ ਇਹ ਲੋਕਡਾਊਨ ਕਰਕੇ ਇਸ ਕਰਕੇ ਜਿਹੜਾ ਹੁਣ ਪ੍ਰੋਗਰੈਸ ਕਰਕੇ ਹੁਣ ਉਹਨਾਂ ਦਾ ਟ੍ਰੀਟਮੈਂਟ ਹੋਰ ਮੁਸ਼ਕਿਲ ਹੋ ਰਿਹਾ ਹੈ। यही चीज़ें हैं कि अनगैली ना करो, अपने आप ना ध्यान रखो, स्टे सेफ। बाकी इस तरह की कोई बहुत ज़्यादा मतलब इन्नी गल नहीं हैगी। डॉक्टर्स आर देयर, यू आर capable of yourself protecting it, and good smartens like Sanju Veer ji and the whole Panthak Sanj is there to help you out। Thank you। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।